ਹੈਲੋ ਬੱਚਿਓ, ਅੱਜ ਆਪਾਂ ਇੱਕ ਨਵੀਂ ਐਗਜ਼ਾਮਪਲ ਕਰ ਰਹੇ ਹਾਂ ਫੋਰਫੀਟ ਆਫ ਸ਼ੇਅਰਸ ਦੀ। ਇਸ ਐਗਜ਼ਾਮਪਲ ਦੀ ਖਾਸ ਗੱਲ ਇਹ ਹੈ ਬੱਚੇ ਕਿ ਇਸ ਦੇ ਅੰਦਰ ਤਿੰਨ ਚਾਰ ਚੀਜ਼ਾਂ ਨਵੀਆਂ ਨੇ। ਇੱਕ ਤਾਂ ਕਿ ਸਪੋਜ਼ ਕਰੋ ਕਿ ਕੰਪਨੀ ਤੋਂ ਨੇ ਕਿਸੇ ਤੋਂ ਐਸੈਟ ਪਰਚੇਸ ਕੀਤੇ, ਉਹਨੂੰ ਪੈਸੇ ਦੇਣ ਦੀ ਬਜਾਏ ਉਹਨੂੰ ਇਕੁਇਟੀ ਸ਼ੇਅਰਸ ਇਸ਼ੂ ਕਰਤੇ। ਇੱਕ ਤਾਂ ਇਸ ਕੁਐਸਚਨ ਦੇ ਵਿੱਚ ਇਹ ਚੀਜ਼ ਹੈ। ਦੂਸਰਾ, ਤੁਹਾਨੂੰ ਕੁਐਸਚਨ ਦੇ ਅੰਦਰ ਇਕੁਇਟੀ ਸ਼ੇਅਰਸ ਜਿੰਨੇ ਇਸ਼ੂ ਕੀਤੇ ਆ ਉਹਦੇ ਅਲੱਗ-ਅਲੱਗ ਵੈਰਾਈਟੀ ਦਿੱਤੀ ਆ, ਤੇ ਫੋਰਫਿਟ ਆਫ ਸ਼ੇਅਰਸ ਕਿਹੜੇ ਆਪਾਂ ਫੋਰਫਿਟ ਕਰਨੇ ਆ ਔਰ ਉਸਨੂੰ ਇੱਕ ਅਲੱਗ ਤਰੀਕੇ ਨਾਲ ਡਿਫਾਈਨ ਕੀਤਾ ਹੋਇਆ। ਸੋ ਤਾਂ ਕਰਕੇ ਇਹ ਐਗਜ਼ਾਮਪਲ ਲਈ ਆ, ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦਾ ਏ ਲਿਮਟਿਡ ਕੰਪਨੀ ਵਾਜ਼ ਰਜਿਸਟਰ ਵਿਦ ਐਨ ਅਥੋਰਾਈਜ਼ਡ ਕੈਪੀਟਲ 2 ਲੱਖ ਰੁਪਏ ਉਹਦੀ ਅਥੋਰਾਈਜ਼ਡ ਕੈਪੀਟਲ ਹੈ ਐਟ ₹10 ਈਚ। ਇਹ ਗੱਲ ਯਾਦ ਰੱਖਿਓ, ਇੱਥੇ 2 ਲੱਖ ਰੁਪੀਜ਼ ਦਿੱਤੇ ਆ ਬੱਚੇ। ਇੱਥੇ ਬੱਚੇ ਨਾ ਕਨਫਿਊਜ਼ ਹੋ ਜਾਂਦੇ ਆ। ਸਭ ਤੋਂ ਇੰਪੋਰਟੈਂਟ ਗੱਲ ਇੱਥੇ ਜਿਹੜੇ 2 ਲੱਖ ਕੀ ਆਪਣੀ ਅਥੋਰਾਈਜ਼ਡ ਕੈਪੀਟਲ ਹੈ। ਕਲੀਅਰ? 2 ਲੱਖ ਅਥੋਰਾਈਜ਼ਡ ਕੈਪੀਟਲ ਰੁਪੀਜ਼ ਦੇ ਵਿੱਚ ਦਿੱਤੀ ਹੈ, ਨਾ ਕਿ ਐਂ ਕਿਹਾ ਕਿ 2 ਲੱਖ ਇਕੁਇਟੀ ਸ਼ੇਅਰਸ ਐਟ ਇਨ ₹10 ਪਰ ਇਕੁਇਟੀ ਸ਼ੇਅਰ। ਦੈਟ ਮੀਨਸ ਇਹਦੇ ਪਹਿਲੀ ਗੱਲ ਤਾਂ ਇਕੁਇਟੀ ਸ਼ੇਅਰ ਕਿੰਨੇ ਬਣਨਗੇ? ਜੇ ਤੁਸੀਂ 2 ਲੱਖ ਨੂੰ 10 ਨਾਲ ਡਿਵਾਈਡ ਕਰ ਦੋਗੇ ਤਾਂ 20,000 ਇਕੁਇਟੀ ਸ਼ੇਅਰਸ ਬਣਦੇ ਆ, ਕਿ ਕੰਪਨੀ ਦੀ ਅਥੋਰਾਈਜ਼ਡ ਕੈਪੀਟਲ ਦੇ ਅੰਦਰ 20,000 ਇਕੁਇਟੀ ਸ਼ੇਅਰਸ ਟੋਟਲ ਹੋਣਗੇ। ਇਹ ਗੱਲ ਯਾਦ ਰੱਖਿਓ, ਜਿੰਨੀ ਵਾਰ ਵੀ ਕੰਪਨੀ ਇਸ਼ੂਜ਼ ਕਰੂਗੀ ਉਹਦਾ ਟੋਟਲ 20,000 ਇਕੁਇਟੀ ਸ਼ੇਅਰਸ ਬਣਨਗੇ, ਇਸ ਤੋਂ ਜ਼ਿਆਦਾ ਨਹੀਂ। ਨੈਕਸਟ, ਆਫ ਥੀਸ ਇਹਨਾਂ ਦੇ ਵਿੱਚੋਂ ਹੋਈ 6,000 ਇਕੁਇਟੀ ਸ਼ੇਅਰ ਇਸ਼ੂਡ ਐਜ਼ ਫੁਲੀ ਪੇਡ ਟੂ ਦਾ ਵੈਂਡਰ ਫॉर ਪਰਚੇਸ ਆਫ ਬਿਲਡਿੰਗ। ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸੀਗੀ ਕਿ ਆਪਾਂ ਕਿਸੇ ਬੰਦੇ ਤੋਂ ਬਿਲਡਿੰਗ ਪਰਚੇਸ ਕੀਤੀ ਤੇ ਆਪਾਂ ਕੀ ਕੀਤਾ, ਆਪਾਂ ਨੂੰ ਪੈਸੇ ਦੇਣ ਦੀ ਬਜਾਏ ਈਵਨ ਉਹ ਪਰਸਨ ਨੇ ਵੀ ਇੰਟਰਸਟ ਦਿਖਾਇਆ ਕਿ ਤੁਸੀਂ ਮੈਨੂੰ ਇਕੁਇਟੀ ਸ਼ੇਅਰ ਇਸ਼ੂ ਕਰ ਦਿਓ ਉਸ ਪੈਸੇ ਦੀ ਬਜਾਏ। ਸੋ ਦੈਟ ਮੀਨਸ 6,000 ਗੁਣਾ 6,000 ਇਕੁਇਟੀ ਸ਼ੇਅਰ ਮਲਟੀਪਲਾਈ 10 ਪਰ ਸ਼ੇਅਰ, ਦੈਟ ਮੀਨਸ 60,000 ਰੁਪਈਆ ਆਪਾਂ ਵੈਂਡਰ ਨੂੰ ਐਜ਼ ਅ ਇਕੁਇਟੀ ਸ਼ੇਅਰਸ ਇਸ਼ੂ ਕਰਤੇ। ਔਰ ਉਹਦੇ ਕੋਲੋਂ ਆਪਾਂ ਨੂੰ ਕੀ ਆਇਆ? ਬਿਲਡਿੰਗ ਆਈ, ਮਤਲਬ ਆਪਾਂ ਬਿਲਡਿੰਗ ਪਰਚੇਸ ਕੀਤੀ ਹੈ ਨਾ, ਉਹਦੇ ਬਦਲੇ ਆਪਾਂ ਨੂੰ ਇਕੁਇਟੀ ਸ਼ੇਅਰ ਇਸ਼ੂ ਕਰਤੇ। ਨੈਕਸਟ, 8,000 ਇਕੁਇਟੀ ਸ਼ੇਅਰਸ ਆਪਾਂ ਸਬਸਕ੍ਰਾਈਬ ਕਰਾਤੇ ਪਬਲਿਕ ਲਈ। ਹੁਣ ਇਹਦੇ ਅੰਦਰ ਵੀ ਇੱਕ ਨਵੀਂ ਇੰਟਰਸਟਿੰਗ ਚੀਜ਼ ਆ, ਉਹ ਦੇਖੋ ਕੀ ਆ। ਡਿਊਰਿੰਗ ਦਾ ਫਸਟ ਈਅਰ ₹5 ਪਰ ਇਕੁਇਟੀ ਸ਼ੇਅਰ ਵਰ ਕਾਲਡ ਅਪ। ਕਹਿੰਦਾ ਆਪਾਂ ਸਿਰਫ 10 ਰੁਪਏ ਦੇ ਵਿੱਚੋਂ ਹਜੇ ਤੱਕ ਪਹਿਲੇ ਸਾਲ 5 ਰੁਪਏ ਮੰਗਵਾਏ ਆ। ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਗੱਲ ਸਿਰਫ 5 ਰੁਪਏ ਦੀ ਕਰਨੀ ਹੈ, ਕਿਉਂਕਿ ਬਾਕੀ ਤਾਂ ਆਏ ਨਹੀਂ ਨਾ, ਤਾਂ ਬਾਕੀ ਜਨਰਲ ਐਂਟਰੀਜ਼ ਪਾਉਣੀਆਂ ਨੇ। ਕਲੀਅਰ ਬੱਚੇ? ਸੋ ਆਏ ਨਹੀਂ ਸੋਚਣਾ ਵੀ ਉੱਥੇ ਤਾਂ 10 ਰੁਪਏ ਲਿਖਿਆ ਇਕੁਇਟੀ ਸ਼ੇਅਰ ਤੇ ਇੱਥੇ 5 ਰੁਪਏ ਲਿਖਿਆ। ਸੋ ਨੈਕਸਟ, ਕਾਲਡ ਅਪ, ਠੀਕ ਹੈ ਜੀ। 2 ਰੁਪਏ ਐਪਲੀਕੇਸ਼ਨ ਦੇ, ਜਿਹਦੇ ਵਿੱਚੋਂ 1 ਰੁਪਿਆ ਅਲਾਟਮੈਂਟ ਦਾ ਤੇ 1 ਰੁਪਿਆ ਫਸਟ ਕਾਲ ਤੇ 1 ਰੁਪਿਆ ਹੀ ਸੈਕੰਡ ਕਾਲ ਦਾ। ਨੈਕਸਟ, ਹੁਣ ਕਹਿੰਦਾ ਜਿਹੜੇ ਅਮਾਊਂਟ ਰਿਸੀਵ ਕੀਤੀ ਗਈ ਹੈ ਸ਼ੇਅਰਸ ਦੀ ਉਹ ਇਹਨੇ ਦੱਸਤੀ। ਦੇਖੋ, ਇੱਕ ਤਾਂ 6,000 ਇਕੁਇਟੀ ਸ਼ੇਅਰ ਆ ਸੀ ਜਿਹੜੇ ਵੈਂਡਰ ਨੂੰ ਇਸ਼ੂ ਕੀਤੇ ਗਏ, ਆ ਜਿਹੜੇ ਪਬਲਿਕ ਨੂੰ ਕੀਤੇ ਗਏ, ਤੇ ਜੇ ਤੁਸੀਂ ਆਈ ਥਿੰਕ ਟੋਟਲ ਕਰੋਗੇ ਤਾਂ ਇਹਦਾ ਸਾਰੇ ਦਾ ਟੋਟਲ 8,000 ਬਣੂਗਾ। ਕਲੀਅਰ ਬੱਚੇ? ਸੋ 8,000 ਸ਼ੇਅਰਸ ਜਿਹੜੇ ਆਹ ਵਾਲੇ ਪਬਲਿਕ ਨੂੰ ਇਸ਼ੂ ਕੀਤੇ ਆ ਉਹ ਇਸ ਢੰਗ ਨਾਲ ਕੀਤੇ ਗਏ। ਉਹ ਤੁਹਾਨੂੰ ਇਦਾਂ ਦੱਸਿਆ ਹੁੰਦਾ। ਇਹ ਬਹੁਤ ਸਾਰੇ ਕੁਐਸਚਨਸ ਆਪਾਂ ਅੱਗੇ ਵੀ ਕਰਾਂਗੇ, ਇਦਾਂ ਦੇ ਮਿਲਣਗੇ ਤੁਹਾਨੂੰ। ਕਹਿੰਦਾ ਜਿਹੜੇ 6,000 ਇਕੁਇਟੀ ਸ਼ੇਅਰਸ ਸੀ ਆਪਾਂ ਉਹਨਾਂ ਨੂੰ ਫੁੱਲੀ ਅਮਾਊਂਟ ਰਿਸੀਵ ਕਰ ਲਈ। ਕਹਿੰਦਾ ਜਿਹੜੇ 1,250 ਇਕੁਇਟੀ ਸ਼ੇਅਰਸ ਇਸ਼ੂ ਕੀਤੇ ਸੀ ਉਹਨਾਂ ਦੇ 4 ਰੁਪਏ ਰਿਸੀਵ ਕੀਤੇ, ਮਤਲਬ 1 ਰੁਪਿਆ ਹਜੇ ਰਿਸੀਵ ਨਹੀਂ ਕੀਤਾ। ਜਿਹੜੇ 500 ਸ਼ੇਅਰ ਸੀ ਉਹਨਾਂ ਦੇ 3 ਰੁਪਏ ਰਿਸੀਵ ਕੀਤੇ, ਜਿਹੜੇ 250 ਸ਼ੇਅਰ ਸੀ ਉਹਦੇ 2 ਰੁਪਏ ਰਿਸੀਵ ਕੀਤੇ। ਹੁਣ ਦੇਖੋ ਬੱਚੇ, ਹੁਣ ਇਸ ਤਰੀਕੇ ਦਾ ਕੁਐਸਚਨ ਆ ਗਿਆ। ਹੁਣ ਆਪਾਂ ਜਨਰਲ ਐਂਟਰੀ ਸਟਾਰਟ ਕਰਦੇ ਹਾਂ। ਔਰ ਨੈਕਸਟ ਇਧਰਲੇ ਪਾਸੇ ਦੇਖੋ ਕੀ ਤੁਹਾਡਾ ਡਾਇਰੈਕਟਰ ਫੋਰਫੀਟ 750 ਇਕੁਇਟੀ ਸ਼ੇਅਰਸ ਔਨ ਵਿਚ ਲੈਸ ਦੈਨ 4 ਪਰ ਇਕੁਇਟੀ ਸ਼ੇਅਰ ਹੈਡ ਬੀਨ ਪੇਡ। ਕਹਿੰਦਾ ਡਾਇਰੈਕਟਰ ਨੇ ਕੀ ਕੀਤਾ, ਉਹ ਸਾਰੇ ਇਕੁਇਟੀ ਸ਼ੇਅਰਸ ਕੀ ਆ ਫੋਰਫੀਟ ਕਰ ਲਏ ਜਿਨ੍ਹਾਂ ਨੇ 4 ਲੈਸ ਦੈਨ ਮੀਨਸ ਜਿਨ੍ਹਾਂ ਨੇ 4 ਰੁਪਏ ਤੋਂ ਘੱਟ ਪੇਮੈਂਟ ਕੀਤੀ ਸੀਗੀ ਆਪਾਂ ਨੂੰ। ਹੁਣ 4 ਰੁਪਏ ਤੋਂ ਘੱਟ ਵਾਲੇ ਕਿਹੜੇ ਕਿਹੜੇ ਇੱਥੇ ਆਪਾਂ ਨੂੰ ਹੁਣੀ ਪਤਾ ਲੱਗ ਜੂਗਾ। ਦੇਖੋ, 250 ਸ਼ੇਅਰਸ ਵਾਲਿਆਂ ਨੇ, ਜਿਨ੍ਹਾਂ ਨੇ 250 ਸ਼ੇਅਰਸ ਖਰੀਦੇ ਸੀ ਉਹਨਾਂ ਨੇ ਆਪਾਂ ਨੂੰ ਕਿੰਨੇ ਰੁਪਏ ਦਿੱਤੇ? 2 ਰੁਪਏ। 2 ਰੁਪਏ ਕਾਹਦੇ ਦਿੱਤੇ ਹੋਣਗੇ? ਐਪਲੀਕੇਸ਼ਨ ਦੇ, ਹਨਾ। 1 ਰੁਪਏ ਅਲਾਟਮੈਂਟ ਦਾ ਵੀ ਨਹੀਂ ਦਿੱਤਾ, ਇਹਦਾ ਮਤਲਬ ਫਸਟ ਕਾਲ ਵੀ ਨਹੀਂ, ਸੈਕੰਡ ਕਾਲ ਵੀ ਨਹੀਂ ਦਿੱਤੀ। ਠੀਕ ਹੈ ਜੀ। ਹੁਣ ਜਿਹੜੇ 500 ਸ਼ੇਅਰਸ ਨੇ ਉਹਨਾਂ ਨੇ ਕਿੰਨੇ ਰੁਪਏ ਦਿੱਤੇ? 3 ਰੁਪਏ। 3 ਰੁਪਏ ਮੀਨਸ ਆਪਣੇ ਕੋਲ ਐਪਲੀਕੇਸ਼ਨ ਦੇ 2 ਰੁਪਏ ਆਉਣਗੇ, 1 ਰੁਪਏ ਅਲਾਟਮੈਂਟ ਦਾ ਆਊ। ਇਹਨਾਂ ਨੇ ਮਤਲਬ ਫਸਟ ਕਾਲ ਤੇ ਸੈਕੰਡ ਕਾਲ ਨਹੀਂ ਪੇ ਕੀਤੀ। ਜਿਹੜੇ 1250 ਵਾਲੇ ਨੇ ਉਹਨਾਂ ਨੇ 4 ਰੁਪਏ ਪੇ ਕੀਤੇ, ਮਤਲਬ ਐਪਲੀਕੇਸ਼ਨ ਉਹਨਾਂ ਨੇ ਭੇਜਤੀ, ਉਹ ਅਲਾਟਮੈਂਟ ਭੇਜਤੀ, ਉਹ ਫਸਟ ਕਾਲ ਭੇਜਤੀ, ਉਹ ਸੈਕੰਡ ਕਾਲ ਨਹੀਂ ਭੇਜੀ, ਕਿਉਂਕਿ 4 ਰੁਪਏ ਆਪਣੇ ਇੱਥੇ ਕੰਪਲੀਟ ਹੋ ਗਏ। 2 3 4 6,000 ਸ਼ੇਅਰਸ ਵਾਲੇ ਉਹਨਾਂ ਨੇ ਫੁੱਲੀ ਪੇਡ ਅਪ।
हाँ जी बच्चे, सो आप सोल्यूशन स्टार्ट करते हैं। सोल्यूशन स्टार्ट करने सब तो पहले ये चीज समझो बच्चे कि ਆਪਾਂ ਨੂੰ क्वेश्चन वैसे ਤਾਂ ਆਪਾਂ ਕੀ ਕਰਦੇ ਹਾਂ ਜੀ, ਕੰਪਨੀ ਇਕੁਇਟੀ ਸ਼ੇਅਰਸ ਇਸ਼ੂ ਕਰਦੀ ਆ ਤੇ ਆਪਾਂ ਪਹਿਲੀ ਐਂਟਰੀ ਪਾ ਦਿੰਦੇ ਆ ਜੀ ਸਾਨੂੰ ਕੰਪਨੀ ਦੀਆਂ ਐਪਲੀਕੇਸ਼ਨ ਰਿਸੀਵ ਹੋਣਗੀਆਂ ਬੈਂਕ ਅਕਾਊਂਟ ਡੈਬਿਟ ਟੂ ਐਪਲੀਕੇਸ਼ਨਸ। ਬਟ ਇੱਥੇ ਹੋਇਆ ਕਿ ਉਸ ਤੋਂ ਪਹਿਲਾਂ ਕੰਪਨੀ ਨੇ ਇੱਕ ਬਿਲਡਿੰਗ ਪਰਚੇਸ ਕੀਤੀ ਸੀ ਜਿਹਦੇ ਤੋਂ ਜਿਹਨੂੰ ਆਪਾਂ 60000 ਰੁਪਏ ਦੇਣਾ ਸੀ ਵੈਂਡਰ ਤੋਂ, ਹਨਾ। ਬਟ ਹੋਇਆ ਕਿ ਕੰਪਨੀ ਕਹਿੰਦੀ ਕਿ ਉਹ 60000 ਜਿਹੜਾ ਬਿਲਡਿੰਗ ਆਪਾਂ ਪਰਚੇਸ ਕੀਤੀ ਉਹਦੇ ਬਦਲੇ ਉਹ ਵੈਂਡਰ ਨੂੰ ਸ਼ੇਅਰਸ ਹੀ ਅਲਾਟ ਕਰਤੇ, ਔਰ ਉਹ ਵੈਂਡਰ ਵੀ ਇੰਟਰਸਟਿਡ ਸੀਗਾ ਆਪਣੀ ਕੰਪਨੀ ਦੇ ਵਿੱਚ ਸ਼ੇਅਰ ਅਲਾਟ ਖਰੀਦਣ ਦੇ ਲਈ ਤੇ ਆਪਾਂ ਨੂੰ ਅਲਾਟ ਕਰਤੇ। ਹੁਣ ਐ ਤਾਂ ਹੋ ਨਹੀਂ ਸਕਦਾ ਕਿ ਵੈਂਡਰ ਇੰਟਰਸਟਿਡ ਨਾ ਹੋਵੇ ਆਪਾਂ ਨੂੰ ਧੱਕੇ ਨਾਲ ਇਕੁਇਟੀ ਸ਼ੇਅਰਸ ਬਣ ਦਾਂਗੇ, ਨਹੀਂ, ਦੋਨੋਂ ਪਾਰਟੀਆਂ ਇੰਟਰਸਟਿਡ ਹੋਣਗੀਆਂ ਤਾਂ ਹੀ ਸ਼ੇਅਰਸ ਇਸ਼ੂ ਹੋਣਗੇ। ਸੋ ਸਭ ਤੋਂ ਪਹਿਲਾਂ ਵਟ ਕਮਸ ਇਨ ਆਪਣੇ ਕੋਲੇ ਕੀ ਆਇਆ ਬੱਚੇ, ਬਿਲਡਿੰਗ ਅਕਾਊਂਟ ਡੈਬਿਟ, ਠੀਕ ਹੈ। ਕਿੱਥੋਂ ਆਈ, ਵੈਂਡਰ ਤੋਂ। ਆਪਾਂ ਉਧਾਰ ਖਰੀਦੀ, ਵੈਂਡਰ ਕਿੰਨਾ 60000। ਆ 60000 ਬੱਚੇ ਕਿਵੇਂ ਆਇਆ, ਆਪਾਂ ਨੂੰ ਇੱਥੇ ਲਿਖਤਾ 6000 ਇਕੁਇਟੀ ਸ਼ੇਅਰ 10 ਰੁਪਏ ਦੇ ਹਿਸਾਬ ਨਾਲ 60000 ਬਣ ਜਾਊਗਾ, ਕਲੀਅਰ। ਸੋ ਵੈਸੇ ਤਾਂ ਆਪਾਂ ਜੇ ਕੈਸ਼ ਪੇਮੈਂਟ ਕਰ ਦਿੰਦੇ ਤਾਂ ਆਪਣੀ ਸੈਕੰਡ ਐਂਟਰੀ ਬਣ ਜਾਣੀ ਸੀ ਵੈਂਡਰ ਅਕਾਊਂਟ ਡੈਬਿਟ ਟੂ ਕੈਸ਼। ਬਟ ਆਪਾਂ ਇੱਥੇ ਵੈਂਡਰ ਨੂੰ ਕੀ ਇਸ਼ੂ ਕਰਤਾ, ਇਕੁਇਟੀ ਸ਼ੇਅਰ ਕੈਪੀਟਲ, क्लियर बच्चे। सो 60000 रुपये, क्लियर। सो नेक्स्ट, सो अपना वेंडर का क्लियर हो गया, ਆਪਾਂ वेंडर ਨੂੰ ਪੇਮੈਂਟ ਕਰਨੀ ਸੀ, ਆਪਾਂ ਨੂੰ ਕਰਤੇ ਇਕੁਇਟੀ ਸ਼ੇਅਰਸ ਇਸ਼ੂ। ਨੈਕਸਟ ਗੱਲ ਆ ਗਈ 8000 ਇਕੁਇਟੀ ਸ਼ੇਅਰਸ ਸੀਗੇ, ਪਬਲਿਕ ਨੂੰ ਸਬਸਕ੍ਰਾਈਬ ਕੀਤੇ ਹੋਏ ਸੀਗੇ ਤੇ ਸਿਰਫ 5 ਰੁਪਏ ਮੰਗਵਾਏ ਆਪਾਂ ਪੂਰੇ ਸਾਲ ਦੇ ਵਿੱਚ। ਸੋ ਆਪਾਂ 10 ਰੁਪਏ ਦੀ ਗੱਲ ਹੀ ਨਹੀਂ ਕਰਨੀ ਕਿਉਂਕਿ ਆਪਾਂ ਤਾਂ ਜਿੰਨੇ ਇਕੁਇਟੀ ਸ਼ੇਅਰਸ ਇਸ਼ੂ ਕੀਤੇ ਜਿਸ ਰੁਪਏ ਦੇ ਹਿਸਾਬ ਨਾਲ ਕੀਤੇ ਆਪਾਂ ਉਨੇ ਦੀ ਹੀ ਗੱਲ ਕਰਨੀ ਆ, क्लीयर। सो नेक्स्ट ਇਹਦੇ ਅੰਦਰ ਕੀ ਆ ਜਾਊਗਾ, ਜਿਹੜੀ ਫਸਟ 5 ਰੁਪਏ ਸੀਗੇ, ਠੀਕ ਹੈ, ਜਿਹਦੇ ਵਿੱਚ ਆਪਾਂ 2 ਰੁਪਏ ਐਪਲੀਕੇਸ਼ਨ ਦੇ ਮੰਗਵਾਏ ਆ। ਨੈਕਸਟ 1 ਰੁਪਿਆ ਅਲਾਟਮੈਂਟ ਦਾ, 1 ਰੁਪਿਆ ਫਸਟ ਕਾਲ ਦਾ ਤੇ 2 ਰੁਪਏ ਕੀ ਬੱਚੇ ਸੈਕੰਡ ਕਾਲ ਦੇ ਮੰਗਵਾਏ ਆ। ਸੋ ਆਪਾਂ ਉਦਾਂ ਹੀ ਐਂਟਰੀਜ਼ ਕਰਾਂਗੇ ਹੁਣ, ਕਲੀਅਰ। ਸੋ ਆਪਾਂ ਸਟਾਰਟ ਕਰਦੇ ਇਸ ਚੀਜ਼ ਨੂੰ। ਹੁਣ ਕੀ ਆਪਾਂ ਨੂੰ ਸਭ ਤੋਂ ਪਹਿਲਾਂ ਐਪਲੀਕੇਸ਼ਨਸ ਆਈਆਂ, ਕਿੰਨੇ ਸ਼ੇਅਰਸ ਦੀ ਆਈਆਂ ਆਹ ਦੇਖੋ ਬੱਚੇ, ਜਿਹੜਾ ਥੱਲੇ ਦਿੱਤਾ ਨਾ ਉਹ ਆਪਾਂ ਨੂੰ ਦੱਸਿਆ, ਆਪਾਂ ਇੱਥੇ ਮੰਨ ਕੇ ਚੱਲਦੇ ਆ ਵੀ A ਨੂੰ ਕੀ ਆ 6000 ਇਕੁਇਟੀ ਸ਼ੇਅਰਸ ਕੀਤੇ ਸੀ, B ਨੂੰ 1250 ਕੀਤੇ ਸੀ, C ਨੂੰ 500 ਤੇ D ਨੂੰ 250। ਇਹ ਆਪਾਂ ਆਪਣੇ ਕੋਲ ਲਿਖ ਲਿਆ, ਕਲੀਅਰ, ਤਾਂ ਕਿ ਆਪਾਂ ਨੂੰ ਕਨਫਿਊਜ਼ਨ ਨਾ ਹੋਵੇ। ਬਈ ਇੱਕ ਨਾਮ ਦੇਤਾ ਆਪਾਂ ਜਸਟ ਸਮਝਣ ਦੇ ਲਈ, ਆਪਾਂ ਇਹ ਐਂਟਰੀਜ਼ 'ਚ ਨਹੀਂ ਦੇਵਾਂਗੇ। ਸੋ 6000 ਜਿਹੜਾ A ਆ, ਮੰਨ ਕੇ ਚੱਲੋ ਵੀ 6000 ਜਿਹਨੂੰ ਇਕੁਇਟੀ ਸ਼ੇਅਰ ਇਸ਼ੂ ਕੀਤੇ ਸੀ ਉਹਨੇ ਫੁੱਲੀ ਰਿਸੀਵ ਕਰ ਲਿਆ ਆਪਾਂ ਉਹ ਤੋਂ ਪੇਮੈਂਟ। ਜਿਹਨੂੰ 1200 ਇਸ਼ੂ ਕੀਤੇ ਸੀ ਉਹ ਤੋਂ 4 ਰੁਪਏ ਆਏ, ਜਿਹਨੂੰ 500 ਰਿਸੀਵ ਕੀਤੇ ਸੀ ਉਹਨੂੰ 3 ਰੁਪਏ ਆਏ, ਜਿਹਨੂੰ 250 ਇਸ਼ੂ ਕੀਤੇ ਸੀ ਉਹ ਤੋਂ ਆਪਾਂ ਨੂੰ 2 ਰੁਪਏ ਆਏ, ਕਲੀਅਰ। ਸੋ ਹੁਣ ਆਪਾਂ ਐਂਟਰੀ ਪਾਉਣੀ ਸਟਾਰਟ ਕਰਦੇ ਹਾਂ ਇਕੁਇਟੀ ਸ਼ੇਅਰ। ਸਭ ਤੋਂ ਪਹਿਲਾਂ ਆਪਣੇ ਟੋਟਲ ਸ਼ੇਅਰਸ ਇਸ਼ੂ ਕਿੰਨੇ ਹੋਏ 8000। ਸੋ 8000 ਦੀਆਂ ਆਪਾਂ ਨੂੰ ਐਪਲੀਕੇਸ਼ਨਸ ਆ ਗਈਆਂ ਹੋਣਗੀਆਂ, ਕਿੰਨੇ ਰੁਪਏ ਐਪਲੀਕੇਸ਼ਨ ਦੇ 2 ਰੁਪਏ। ਸੋ ਆਪਾਂ ਜਨਰਲ ਐਂਟਰੀ ਪਾ ਦਾਂਗੇ 8000 ਸ਼ੇਅਰਸ ਦੀ ਐਪਲੀਕੇਸ਼ਨ ਅਮਾਉਂਟ ਦੀ। ਸੋ ਆਪਣੀ ਐਂਟਰੀ ਕਹਿੰਦੇ ਜਦੋਂ ਆਪਾਂ ਜਨਰਲ ਐਂਟਰੀ ਸਟਾਰਟ ਕਰਦੇ ਸਭ ਤੋਂ ਪਹਿਲਾਂ ਆਪਾਂ ਨੂੰ ਕਰਾਂਗੇ ਬੈਂਕ ਅਕਾਊਂਟ ਡੈਬਿਟ। ਬੈਂਕ ਅਕਾਊਂਟ ਡੈਬਿਟ ਆਪਾਂ ਨੂੰ ਪੈਸਾ ਕਿੱਥੋਂ ਆਊਗਾ, ਸ਼ੇਅਰ ਐਪਲੀਕੇਸ਼ਨ ਚੋਂ, क्लियर बच्चे। और कितना पैसा आऊगा, अपने किन्ने दे शेयर सीगे 8000 शेयर सीगे और आपां नूं किन्ने रुपए आए, ऊपर देखो इत्थे 2 रुपए। सो 2 मीनस 16000 रुपए आपां नूं बैंक दे विच आ गए। लोग इंटरस्टेड सीगे जिन्हां ने साडी कंपनी च किया पैसा इन्वेस्ट करना चाहया, क्लियर। हुण नेक्स्ट आपां नूं की आ, आपां नूं पैसे आ गए ते आपां की करांगे शेयर कैपिटल दे विच ट्रांसफर कर दांगे। सो शेयर कैपिटल दे विच ट्रांसफर करन दी एंट्री की होगी, की होगी बच्चे, एक क्रेडिट आ तो हुण यह डेबिट हो जाऊगा। शेयर एप्लीकेशन अकाउंट, शेयर एप्लीकेशन ना लिखो, इक्विटी शेयर एप्लीकेशन लिखो। हुण आपां नूं पता वा कि आपां किहड़े इशू कीते, इक्विटी शेयर एप्लीकेशन अकाउंट डेबिट टू शेयर कैपिटल। सो कितनी कैपिटल आ बच्चे, जिन्नी आ अमाउंट हुंदी आ उन्नी ही आपां एप्लीकेशनस दे विच ट्रांसफर कर दिंदे आ। इत्थे प्रीमियम दी कोई गल नहीं गी। सो अपनी सिंपल एंट्री हो जूगी, क्लीयर। नैक्सट ਇਹ ਤਾਂ ਹੋ ਗਈ ਐਪਲੀਕੇਸ਼ਨ ਦੀ। ਹੁਣ ਕੰਪਨੀ ਕਹਿੰਦੀ ਕਿ ਅਸੀਂ ਸ਼ੇਅਰਸ ਕੀ ਆ ਅਲਾਟ ਕਰ ਦਾਂਗੇ। ਕਿੰਨੇ ਸ਼ੇਅਰਸ ਅਲਾਟ ਕਰ, ਜਦੋਂ ਪੂਰੀ ਆਪਾਂ ਨੂੰ 8000 ਹੀ ਆਪਾਂ ਇਸ਼ੂ ਕੀਤੇ ਸੀ ਤੇ 8000 ਹੀ ਐਪਲੀਕੇਸ਼ਨਸ ਆਈਆਂ ਸੀ, 8000 ਹੀ ਆਪਾਂ ਅਲਾਟ ਕਰ ਦਾਂਗੇ। 8000 ਸ਼ੇਅਰਸ ਨੂੰ ਅਲਾਟ ਕਰਾਂਗੇ। ਸਭ ਤੋਂ ਪਹਿਲਾਂ ਦੱਸਾਂਗੇ ਲੋਕਾਂ ਨੂੰ ਕਿ ਅਸੀਂ ਤੁਹਾਡੇ ਐਪਲੀਕੇਸ਼ਨ ਐਕਸੈਪਟ ਕਰ ਲਈ, ਇਸ ਨੂੰ ਅਲਾਟ ਕਰ ਰਹੇ ਹਾਂ। ਸੋ ਆਪਾਂ ਹੁਣ ਕੰਪਨੀ ਕੀ ਆ ਪਹਿਲਾਂ ਅਲਾਟ ਕਰੂਗੀ ਫਿਰ ਪੈਸਾ ਰਿਸੀਵ ਕਰੂਗੀ। ਸੋ ਬੱਚੇ ਹੁਣ ਕੀ ਆ ਆਪਾਂ ਨੂੰ ਐਪਲੀਕੇਸ਼ਨਸ ਆਪਾਂ ਰਿਸੀਵ ਕਰ ਲਿਆ, ਹੁਣ ਆਪਾਂ ਕਰਾਂਗੇ ਅਲਾਟ ਕਰ ਦਾਂਗੇ। ਔਰ ਅਲਾਟ ਕੰਪਨੀ ਪਹਿਲਾਂ ਅਲਾਟ ਕਰੂਗੀ। ਸੋ 5th ਐਂਟਰੀ ਆਪਣੀ ਕੀ ਹੋਊਗੀ ਅਲਾਟਮੈਂਟ ਦੀ।
ਅਲਾਟਮੈਂਟ ਦੀ 8000 ਦੇ ਹਿਸਾਬ ਨਾਲ। ਸਭ ਤੋਂ ਪਹਿਲਾਂ ਇਸ ਐਂਟਰੀ ਯਾਦ ਕਰੋ, ਐਂਟਰੀ ਤੁਹਾਨੂੰ ਯਾਦ ਹੋਣੀ ਚਾਹੀਦੀ। ਇਕੁਇਟੀ ਸ਼ੇਅਰ ਅਲਾਟਮੈਂਟ ਅਕਾਊਂਟ ਡੈਬਿਟ ਕਿੱਥੇ ਅਲਾਟ ਕਰੂਗੀ? ਸ਼ੇਅਰ ਕੈਪੀਟਲ ਦੇ ਵਿੱਚ। ਕਲੀਅਰ। ਸੋ ਕਿੰਨੇ ਅਮਾਊਂਟ ਆ ਜੂਗੀ? 8000 ਰੁਪੀਜ਼ ਹੀ ਆ ਜਾਣਗੇ, ਕਿਉਂਕਿ 1 ਰੁਪਏ ਦੇ ਹਿਸਾਬ ਨਾਲ 8000 ਸ਼ੇਅਰਸ ਆ। ਮੈਂ ਇੱਥੇ ਲਿਖ ਦਿੰਦਾ 8000 ਸ਼ੇਅਰਸ ਦੇ ਨੇ 1 ਰੁਪਏ ਦੇ ਹਿਸਾਬ ਨਾਲ। ਸੋ 8000 ਆ ਜੂਗਾ ਬੱਚੇ। ਇਹ ਇਕੁਇਟੀ ਸ਼ੇਅਰ ਕੈਪੀਟਲ ਲਿਖਿਓ, ਜਦ ਆਪਾਂ ਨਾਮ ਦੱਸ ਗਿਵਨ ਹੋਵੇ ਫਿਰ ਆਪਾਂ ਪ੍ਰੋਪਰ ਨਾਮ ਲਿਖੀਦਾ। ਨੈਕਸਟ ਅਲਾਟ ਕਰਤੇ, ਹੁਣ ਆਪਾਂ ਨੂੰ ਪੈਸਾ ਆ ਜੂਗਾ ਬੈਂਕ ਦੇ ਵਿੱਚ। ਕੰਪਨੀ ਦਾ ਹੀ ਐਕਸਪੈਕਟ ਕਰਦੀ ਆ ਨਾ ਕਿ ਅਸੀਂ ਅਲਾਟ ਕਰਤੇ ਤੇ ਸਾਨੂੰ ਪੂਰਾ ਪੈਸਾ ਬੈਂਕ ਦੇ ਵਿੱਚ ਆ ਜਾਊਗਾ, ਪਰ ਕੀ ਸਾਨੂੰ ਪੂਰਾ ਪੈਸਾ ਬੈਂਕ ਦੇ ਵਿੱਚ ਆਇਆ ਜਾਂ ਨਹੀਂ ਆਇਆ, ਇਸ ਚੀਜ਼ ਨੂੰ ਸਮਝਣਾ ਪੈਣਾ। ਦੇਖੋ ਧਿਆਨ ਨਾਲ, ਕੰਪਨੀ ਨੂੰ 6000 ਸ਼ੇਅਰਸ ਜਿਹੜੇ ਪਰਸਨ ਨੂੰ ਇਸ਼ੂ ਕੀਤੇ ਉਹ ਫੁੱਲੀ ਰਿਸੀਵ ਹੋ ਗਏ। ਜਿਹੜੇ ਪਰਸਨ ਨੂੰ 1250 ਇਕੁਇਟੀ ਸ਼ੇਅਰਸ ਇਸ਼ੂ ਕੀਤੇ ਤਾਂ 4 ਰੁਪਏ ਰਿਸੀਵ ਹੋਏ। 4 ਰੁਪਏ ਮਤਲਬ 2 ਰੁਪਏ ਐਪਲੀਕੇਸ਼ਨ ਦਾ, 1 ਰੁਪਿਆ ਅਲਾਟਮੈਂਟ ਦਾ ਤੇ 1 ਰੁਪਿਆ ਫਸਟ ਕਾਲ। ਇੱਥੇ ਤੱਕ 4 ਰੁਪਏ ਬਣ ਗਏ ਨਾ, 2 3 1 4। ਜਿਹੜੇ ਨੂੰ 500 ਸ਼ੇਅਰਸ ਇਸ਼ੂ ਕੀਤੇ ਸੀ ਉਹਨੂੰ 3 ਰੁਪਏ ਰਿਸੀਵ ਹੋਏ, 2 ਰੁਪਏ ਵੀ ਤੇ 1 ਰੁਪਿਆ ਅਲਾਟਮੈਂਟ ਦਾ ਵੀ। ਕਲੀਅਰ, 3 ਰੁਪਏ ਬਣ ਗਏ। ਜਿਹਨੂੰ 250 ਸ਼ੇਅਰਸ ਇਸ਼ੂ ਕੀਤੇ ਸੀ ਉਹਨੂੰ ਤਾਂ ਆਈ 2 ਰੁਪਏ ਤੇ 2 ਰੁਪਏ ਐਪਲੀਕੇਸ਼ਨ, ਤੇ ਹੋਰ ਤਾਂ ਉਹਨੇ ਕੁਝ ਦਿੱਤਾ ਹੀ ਨਹੀਂ, ਨਾ ਅਲਾਟਮੈਂਟ ਦਿੱਤੀ, ਨਾ ਫਸਟ ਕਾਲ ਦਿੱਤੀ, ਨਾ ਸੈਕੰਡ ਕਾਲ ਦਿੱਤੀ। ਦੈਟ ਮੀਨਸ ਆਪਾਂ ਨੂੰ ਅਲਾਟਮੈਂਟ ਦੇ ਇੱਥੇ ਪੈਸੇ ਨਹੀਂ ਆਏ ਹੋਣਗੇ। ਦੈਟ ਮੀਨਸ ਆਪਾਂ ਨੂੰ ਇੱਥੇ ਅਲਾਟਮੈਂਟ ਦੇ ਪੈਸੇ ਨਹੀਂ ਆਏ ਹੋਣਗੇ। ਕਿੰਨੇ ਸ਼ੇਅਰਸ ਦੇ ਨਹੀਂ ਆਏ? 250 ਦੇ, ਕਿਉਂਕਿ ਉਹਦਾ ਕੋਲੀ 2 ਰੁਪਏ ਤੇ ਉਹ 2 ਰੁਪਏ ਕਾਹਦੇ ਸੀ? ਉਹ ਐਪਲੀਕੇਸ਼ਨ ਦੇ ਸੀਗੇ। ਸੋ ਆਪਾਂ ਇੱਥੇ ਕੀ ਲਿਖਾਂਗੇ? ਟੂ ਇਕੁਇਟੀ ਸ਼ੇਅਰ ਅਲਾਟਮੈਂਟ, ਬਟ ਪੈਸੇ ਕਿੰਨੇ ਪਾਵਾਂਗੇ? 8000 ਟੋਟਲ ਸ਼ੇਅਰ ਸੀਗੇ। ਕਲੀਅਰ ਬੱਚੇ, ਬਟ ਆਪਾਂ ਨੂੰ 250 ਸ਼ੇਅਰਸ ਦੇ ਪੈਸੇ ਨਹੀਂ ਆਏ। ਦੈਟ ਮੀਨਸ 7750 ਸ਼ੇਅਰਸ ਦੇ ਪੈਸੇ ਆਏ। ਕਿੰਨੇ ਰੁਪਏ? ਆਪਾਂ ਨੂੰ 1 ਰੁਪਿਆ। ਦੈਟ ਮੀਨਸ 7750 ਰੁਪਏ ਆਏ। ਕਲੀਅਰ ਬੱਚੇ। ਨੈਕਸਟ, ਜਦੋਂ ਆਪਾਂ ਬੱਚੇ ਬੈਂਕ ਦੀ ਅਲਾਟਮੈਂਟ ਦੀ ਐਂਟਰੀ ਪਾਤੀ, ਇੱਕ ਚੀਜ਼ ਸਮਝੋ ਕਿ ਆਪਾਂ ਨੂੰ 250 ਸ਼ੇਅਰਸ ਦੇ ਪੈਸੇ ਨਹੀਂ ਆਏ, ਬਟ ਕੰਪਨੀ ਨੇ ਆਪਾਂ ਨੂੰ ਕੁਐਸਚਨ ਦੇ ਵਿੱਚ ਕਿਤੇ ਵੀ ਇਹ ਚੀਜ਼ ਨਹੀਂ ਕਿਹਾ ਕਿ ਇਸ ਪਰਸਨ ਜਿਹੜਾ 250 ਵਾਲਾ ਵਾ ਉਹਦੇ ਇਮੀਡੀਏਟਲੀ ਸ਼ੇਅਰ ਫੋਰਫੀਟ ਕਰ ਲਓ। ਇਹ ਗੱਲ ਯਾਦ ਰੱਖਿਓ। ਜਦੋਂ ਕੰਪਨੀ ਨੇ ਕਹਿਤਾ, ਜਦੋਂ ਆਪਾਂ ਨੂੰ ਕੁਐਸਚਨ ਚ ਕਹਿਤਾ ਕਿ 250 ਸ਼ੇਅਰਸ ਵਾਜ਼ who person who failed to pay allotment money then immediately forfeit, ਤਾਂ ਆਪਾਂ ਇੱਥੇ forfeit ਦੀ ਐਂਟਰੀ ਪਾ ਦੇਣੀ ਸੀ, ਬਟ ਉਹਨੇ ਨਹੀਂ ਕਿਹਾ। ਉਹਨੇ ਤਾਂ ਕਹਿਤਾ ਕਿ ਐਂਡ 'ਚ ਜਾ ਕੇ ਆ ਜੀ, ਜਿਨ੍ਹਾਂ ਨੇ 4 ਰੁਪਏ ਤੋਂ ਘੱਟ ਦਿੱਤੇ ਉਹਨਾਂ ਨੂੰ forfeit ਕਰਨਾ। ਸੋ ਆਪਾਂ ਉਹਨਾਂ ਦੀ ਐਂਟਰੀ ਐਂਡ 'ਚ ਪਾਵਾਂਗੇ forfeit ਵਾਲੀ। ਸੋ ਹਜੇ ਆਪਾਂ ਅੱਗੇ ਹੀ ਚੱਲਾਂਗੇ। ਹੁਣ ਇੱਕ ਗੱਲ ਧਿਆਨ ਨਾਲ ਸਮਝਿਓ ਬੱਚੇ, ਇੱਥੇ ਬੜੀ ਇੰਪੋਰਟੈਂਟ ਆ ਕਿ ਕੰਪਨੀ ਨੇ ਨੈਕਸਟ, ਮੈਂ ਇੱਥੇ ਜਨਰਲ ਐਂਟਰੀ ਪਾਉਣ ਲੱਗਿਆ ਕਿ ਕੰਪਨੀ ਨੇ ਫਸਟ ਕਾਲ ਕਰਨੀ, ਅਲਾਟਮੈਂਟ ਤੋਂ ਬਾਅਦ ਫਸਟ ਕਾਲ ਕਰੂਗੀ। ਫਸਟ ਕਾਲ ਉਹ ਕਿੰਨੇ ਰੁਪਏ ਦੀ ਕਰੂਗੀ? ਹਾਲਾਂਕਿ ਉਹਨੂੰ ਪਤਾ ਵੀ 250 ਸ਼ੇਅਰਸ ਵਾਲੇ ਬੰਦੇ ਨੇ ਤਾਂ ਅਲਾਟਮੈਂਟ ਮਨੀ ਨਹੀਂ ਪੇ ਕੀਤੀ ਤੇ ਫਸਟ ਕਾਲ ਦਿੱਤਾ, ਉਹਨੂੰ ਗੈਸ ਆ ਵੀ ਨਹੀਂ ਦਊਗੀ, ਹਨਾ। ਬਟ ਕੰਪਨੀ ਨੇ ਹਜੇ ਉਹਦੇ ਸ਼ੇਅਰ ਫੋਰਫੀਟ ਨਹੀਂ ਕੀਤੇ, ਉਹਨੂੰ ਐ ਨਹੀਂ ਕਿਹਾ ਵੀ ਅੱਜ ਤੋਂ ਬਾਅਦ ਤੇਰਾ ਮੇਰੇ ਨਾਲ ਕੋਈ ਲਿੰਕ ਨਹੀਂਗਾ। ਸੋ ਕੰਪਨੀ ਨੂੰ ਇੱਕ ਵਾਰ ਆਪਸ਼ਨ ਦੇਣੀ ਪੈਣੀ ਆ, ਜਦ ਤੱਕ ਕਿ ਉਹਦੇ ਫੋਰਫੀਟ ਨਹੀਂ ਕਰਦੀ ਉਹ ਕਾਲ ਪੂਰੀ ਕਰੂਗੀ। ਇਹ ਗੱਲ ਯਾਦ ਰੱਖਿਓ। ਜਦੋਂ ਫੋਰਫੀਟ ਕਰ ਲਏ ਉਦੋਂ ਆਪਾਂ ਉਹਨੇ ਸ਼ੇਅਰਸ ਘਟਾ ਕੇ ਕਾਲ ਕਰਨੀ ਆ। ਮਤਲਬ ਇੱਥੇ 7750 ਰੁਪਏ ਦੀ ਕਾਲ ਕਰਨੀ ਸੀ ਸ਼ੇਅਰਸ ਦੀ, ਬਟ ਹੁਣ ਆਪਾਂ 250 ਸ਼ੇਅਰਸ ਨੂੰ ਫੋਰਫਿਟ ਨਹੀਂ ਕੀਤਾ ਤਾਂ ਆਪਾਂ ਪੂਰੀ ਕਾਲ ਕਰਾਂਗੇ। ਕਲੀਅਰ। ਸੋ ਕੰਪਨੀ ਕੀ ਆ ਬੱਚੇ? ਪੂਰੀ ਕਾਲ ਕਰੂਗੀ। ਦੈਟ ਮੀਨਸ ਕੰਪਨੀ ਇਕੁਇਟੀ ਸ਼ੇਅਰ ਫਸਟ ਕਾਲ ਉਹ ਇਦਾਂ ਕਾਲ ਕਰੂਗੀ। ਕਿੱਥੋਂ ਕਰ ਦਿੰਦੇ ਕਿ ਅਸੀਂ ਇੰਨਾ ਸ਼ੇਅਰ ਕੈਪੀਟਲ ਸਾਡੇ ਪੈਸਾ ਹੋਰ ਆ ਜਾਊਗਾ। ਇਕੁਇਟੀ ਸ਼ੇਅਰਸ ਕੈਪੀਟਲ ਦੇ ਅੰਦਰ ਕਿੰਨਾ ਆ ਜਾਊਗਾ? 8000 ਸ਼ੇਅਰਸ ਨੇ 1 ਰੁਪਏ ਦੇ ਹਿਸਾਬ ਨਾਲ 8000 ਸ਼ੇਅਰ ਸਾਡੇ 8000 ਰੁਪਇਆ ਸਾਨੂੰ ਹੋਰ ਆ ਜਾਊਗਾ, ਕੰਪਨੀ ਕਹਿ ਰਹੀ ਹੈ। ਕਲੀਅਰ ਬੱਚੇ। ਸੋ ਇਹ 'ਚ ਕਨਫਿਊਜ਼ ਨਾ ਹੋਇਓ। 1 ਰੁਪਇਆ ਆਪਾਂ ਨੂੰ 8000 ਸ਼ੇਅਰਸ ਦਾ ਕੰਪਨੀ ਕਹਿ ਰਹੀ ਹੈ ਕਿ ਆਊਗਾ। ਹਜੇ ਫੋਰਫੀਟ ਨਹੀਂ ਕੀਤੇ ਤਾਂ ਇੱਥੇ 8000 ਲਿਖਿਆ। ਜੇ ਕੰਪਨੀ ਇੱਥੇ ਹੀ ਫੋਰਫੀਟ ਕਰ ਲੈਂਦੀ ਵੀ 250 ਸ਼ੇਅਰਸ ਜਿਹਨੇ ਨਹੀਂ ਪੇ ਕੀਤੇ ਅਸੀਂ ਉਹਦੇ ਨਾਲ ਲਿੰਕ ਤੋੜ ਰਹੇ ਹਾਂ, ਦੈਟ ਮੀਨਸ ਫਿਰ ਇੱਥੇ 7750 ਰੁਪਏ ਸ਼ੇਅਰਸ, ਮਤਲਬ 8000 ਸ਼ੇਅਰ ਚੋਂ ਆਪਾਂ 250 ਕੱਢ ਦੇਣੇ ਸੀ, ਫਿਰ ਉਨੇ ਦੀ ਹੀ ਕਾਲ ਕਰਨੀ ਸੀ, ਫਿਰ ਕੰਪਨੀ ਦੇ ਸ਼ੇਅਰਸ ਹੀ ਉਨੇ ਰਹਿ ਜਾਂਦੇ ਆ। ਬਟ ਹੁਣ ਨਹੀਂ ਫੋਰਫੀਟ ਕੀਤੀ ਤਾਂ ਪੂਰੇ ਦੀ ਕਾਲ ਕੀਤੀ ਆ। ਨੈਕਸਟ, ਫਿਰ ਕੰਪਨੀ ਨੂੰ ਪੈਸੇ ਕਿੰਨੇ ਆਉਣਗੇ? ਬੈਂਕ ਅਕਾਊਂਟ ਡੈਬਿਟ ਟੂ ਕਿੱਥੋਂ ਆਉਣੇ ਪੈਸੇ? ਇਕੁਇਟੀ ਸ਼ੇਅਰ ਫਸਟ ਕਾਲ। ਪੈਸੇ ਤਾਂ ਇੱਥੇ ਆਉਣੇ ਆ, ਪਰ ਆਉਣੇ ਕਿੰਨੇ ਆ ਇਹ ਦੇਖੋ, ਧਿਆਨ ਨਾਲ ਸਮਝਿਓ। 6000 ਸ਼ੇਅਰਸ ਨੇ ਪੂਰੇ ਪੇ ਕੀਤੇ ਆ, 1250 ਨੇ 4 ਰੁਪਏ ਪੇ ਕੀਤੇ। 4 ਰੁਪਏ ਕਿੱਥੇ ਜਾ ਕੇ ਬਣਦੇ ਆ? ਐਪਲੀਕੇਸ਼ਨ ਦੇ ਵੀ, ਅਲਾਟਮੈਂਟ ਦੇ ਵੀ 3, ਚੌਥੇ ਫਸਟ ਕਾਲ ਦੇ, ਮਤਲਬ 1250 ਰੁਪਏ ਦੇ ਆਪਾਂ ਨੂੰ 4 ਰੁਪਏ ਆ ਗਏ। 500 ਵਾਲੇ ਨੇ ਸਿਰਫ 3 ਰੁਪਏ ਪੇ ਕੀਤੇ। ਕਿਹੜੇ ਕਿਹੜੇ 3 ਪੇ ਕੀਤੇ ਹੋਣਗੇ? ਹੁਣ ਸੀਰੀਜ਼ 'ਚ ਹੀ ਕਰੂਗਾ, ਥੱਲੇ ਤਾਂ ਕਰ ਨਹੀਂ ਸਕਦਾ।
ਐਪਲੀਕੇਸ਼ਨ ਦੇ ਪੇ ਕੀਤੇ, ਅਲੋਟਮੈਂਟ ਦੇ ਪੇ ਕੀਤੇ, 3 ਤਾਂ ਇੱਥੇ ਬਣ ਗਏ। ਦੈਟ ਮੀਨਸ ਇਹਨੇ ਫਸਟ ਕਾਲ ਨਹੀਂ ਪੇ ਕੀਤੀ, ਇਹਨੇ ਫਸਟ ਕਾਲ ਨਹੀਂ ਪੇ ਕੀਤੀ, ਔਰ ਇਹਨੇ ਤਾਂ ਦਿੱਤੇ ਹੀ 2 ਸੀ, ਉਹ ਤਾਂ ਐਪਲੀਕੇਸ਼ਨ ਦੀ। ਦੈਟ ਮੀਨਸ ਇਹਨੇ ਵੀ ਨਹੀਂ ਪੇ ਕੀਤੀ। ਮਤਲਬ 750 ਸ਼ੇਅਰਸ ਨੇ ਫਸਟ ਕਾਲ ਨਹੀਂ ਪੇ ਕੀਤੀ। ਦੈਟ ਮੀਨਸ 8000 ਸ਼ੇਅਰਸ ਦੇ ਵਿੱਚੋਂ ਆਪਾਂ ਨੂੰ 750 ਸ਼ੇਅਰਸ ਦੇ ਪੈਸੇ ਨਹੀਂ ਆਏ। ਕਲੀਅਰ? 750 ਸ਼ੇਅਰਸ ਦੇ ਪੈਸੇ ਨਹੀਂ ਆਏ, ਮਤਲਬ ਕਿੰਨੇ ਸ਼ੇਅਰਸ ਦੇ ਪੈਸੇ ਆਏ? 7250 ਸ਼ੇਅਰਸ ਦੇ ਪੈਸੇ ਆਏ ਆਪਾਂ ਨੂੰ। ਕਿੰਨੇ ਰੁਪਏ ਆਉਣੇ ਸੀ ਫਸਟ ਕਾਲ ਦੇ? 1 ਰੁਪਿਆ। ਸੋ ਇੱਥੇ ਕਿੰਨੇ ਆਊਗਾ? 7250 ਰੁਪਏ। ਕਲੀਅਰ ਬੱਚੇ? ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗ ਰਹੀ ਆ। ਨੈਕਸਟ ਕੀ ਆ? ਉਹ ਧਿਆਨ ਨਾਲ ਸਮਝੋ ਕਿ ਉਹਨੇ ਕਦੋਂ ਜਾ ਕੇ ਕਿਹਾ ਆਪਾਂ ਨੂੰ ਫੋਰਫੀਟ ਕਰਨੇ ਆ। ਇਹ ਬੜੀ ਇੰਪੋਰਟੈਂਟ ਚੀਜ਼ ਆ ਬੱਚੇ। ਉਹਨੇ ਕਿਹਾ ਵੀ ਜਿਨ੍ਹਾਂ ਨੇ ਲੈਸ ਦੈਨ 4 ਰੁਪੀਸ, ਹਜੇ ਆਪਾਂ ਨੂੰ ਦੱਸਿਆ ਨਹੀਂਗਾ, ਮਤਲਬ ਕੋਈ ਪਾਰਟਿਕੂਲਰ ਡੇਟ ਨਹੀਂ ਕਹੀ। ਉਹਨੇ ਆਏ ਨਹੀਂ ਕਹੀ ਬਿਫੋਰ ਫਸਟ ਕਾਲ ਤੋਂ ਫੋਰਫੀਟ ਕਰ ਲਓ, ਜਾਂ ਬਿਫੋਰ ਸੈਕੰਡ ਕਾਲ ਤੋਂ ਫੋਰਫੀਟ ਕਰ ਲਓ, ਜਾਂ ਇਮੀਡੀਏਟਲੀ ਫੋਰਫੀਟ ਕਰ ਲਓ। ਸੋ ਆਪਾਂ ਸੈਕੰਡ ਕਾਲ ਵੀ ਕਰਾਂਗੇ ਹੁਣ। ਸੋ ਬੱਚੇ ਸੈਕੰਡ ਕਾਲ ਕਿੰਨੇ ਦੀ ਹੋਊਗੀ ਆਪਾਂ ਨੂੰ ਨਹੀਂ ਦੱਸਿਆ, ਤਾਂ ਆਪਾਂ ਸੈਕੰਡ ਕਾਲ ਵੀ ਪੂਰੇ ਦੀ ਹੀ ਮੰਗਵਾਵਾਂਗੇ। ਜਾਂ ਤਾਂ ਕੰਪਨੀ ਕਹਿ ਦਿੰਦੀ ਨਾ ਕਿ ਆਫਟਰ ਫਸਟ ਕਾਲ ਵੀ ਹੈਵ ਟੂ ਫੋਰਫੀਟ, ਤਾਂ ਆਪਾਂ ਇੱਥੇ ਫੋਰਫੀਟ ਕਰ ਲੈਂਦੇ। ਠੀਕ ਹੈ ਜੀ। ਹੁਣ ਨਹੀਂ ਦੱਸਿਆ ਤਾਂ ਆਪਾਂ ਸੈਕੰਡ ਕਾਲ ਵੀ ਪੂਰੀ ਕਰਾਂਗੇ। ਸੈਕੰਡ ਕਾਲ ਕੰਪਨੀ ਪੂਰੀ ਮੰਗਵਾਉਗੀ। ਇਕੁਇਟੀ ਸ਼ੇਅਰ ਸੈਕੰਡ ਕਾਲ ਟੂ ਇਕੁਇਟੀ ਸ਼ੇਅਰ ਕੈਪੀਟਲ। ਸੈਕੰਡ ਕਾਲ ਕਿੰਨੇ ਦੀ ਹੋਊਗੀ? 8000 ਸ਼ੇਅਰਸ ਦੀ ਪੂਰੇ ਦੀ ਕਾਲ ਕਰੀਏ 1 ਰੁਪਏ ਦੇ ਹਿਸਾਬ ਨਾਲ। ਸੋ ਆਪਾਂ ਨੂੰ 8000 ਰੁਪਏ ਆ ਜਾਊਗਾ। ਕਲੀਅਰ? ਮੈਂ ਇੱਥੇ ਲਿਖ ਦਿੰਦਾ 8000 ਸ਼ੇਅਰਸ ਨੇ 1 ਰੁਪਏ ਦੇ ਹਿਸਾਬ ਨਾਲ। ਕਲੀਅਰ? ਹੁਣ ਪੈਸੇ ਆ ਜਾਣਗੇ ਆਪਾਂ ਨੂੰ, ਪੇਮੈਂਟ ਆਊਗੀ ਬੱਚੇ 10th ਐਂਟਰੀ। ਪੈਸੇ ਕਿੱਥੇ ਆਉਂਦੇ ਆਪਾਂ ਨੂੰ? ਬੈਂਕ ਦੇ ਵਿੱਚ। ਬੈਂਕ ਅਕਾਊਂਟ ਡੈਬਿਟ ਕਿੱਥੋਂ ਆਉਣੇ ਆ? ਇਕੁਇਟੀ ਸ਼ੇਅਰ ਸੈਕੰਡ ਕਾਲ ਦੇ ਪੈਸੇ ਕਿੰਨੇ ਆਉਣਗੇ? ਫਿਰ ਆ ਜਾਓ ਉੱਪਰ ਇੱਥੇ। ਇਹਦੇ 6000 ਦੇ ਫੁੱਲੀ ਰਿਸੀਵ ਹੋਏ ਆ। ਠੀਕ ਹੈ ਜੀ। 1250 ਨੇ 1250 ਜਿਹੜੇ ਬੰਦੇ ਨੇ ਸ਼ੇਅਰਸ ਖਰੀਦੇ ਸੀ ਉਹਨੇ 4 ਰੁਪਏ ਤੇ 4 ਰੁਪਏ ਕਿਹੜੇ ਕਿਹੜੇ ਦਿੱਤੇ ਹੋਣਗੇ? ਐਪਲੀਕੇਸ਼ਨ ਦੇ, ਅਲਾਟਮੈਂਟ ਦੇ, ਫਸਟ ਕਾਲ ਦੇ। ਇੱਥੇ ਤੱਕ 4 ਬਣ ਗਏ। ਇਹਦੇ ਤਾਂ ਦਿੱਤੇ ਹੀ ਨਹੀਂ, ਫਿਰ ਫਸਟ ਸੈਕੰਡ ਕਾਲ ਦਿੱਤੇ ਨਹੀਂ, ਤਾਂ 5 ਪੂਰੇ ਹੋ ਜਾਂਦੇ। ਇਹਨੇ ਤਾਂ 3 ਹੀ ਦਿੱਤੇ ਸੀ, ਇਹਨੇ ਵੀ 2 ਦਿੱਤੇ ਸੀ। ਦੈਟ ਮੀਨਸ ਨਾ ਇਹਨੇ ਪੇ ਕੀਤੇ ਨਾ ਇਹਨੇ ਪੇ ਕੀਤੇ। 1250 ਸ਼ੇਅਰਸ ਨੇ ਨਹੀਂ ਪੇ ਕੀਤੇ, 250 ਨੇ ਨਹੀਂ ਪੇ ਕੀਤੇ ਤੇ 500। ਦੈਟ ਮੀਨਸ 2000 ਸ਼ੇਅਰਸ ਦੀ ਆਪਾਂ ਨੂੰ ਸੈਕੰਡ ਕਾਲ ਨਹੀਂ ਆਈ। ਤਾਂ ਕਿੰਨੇ ਦੀ ਆਈ ਆ? ਸਿਰਫ 6000 ਦੀ। ਸੋ ਆਪਾਂ ਇੱਥੇ ਐਂਟਰੀ 6000 ਸ਼ੇਅਰਸ ਦੀ ਪਾ ਦਾਂਗੇ। ਮੀਨਸ 6000 ਸ਼ੇਅਰਸ ਦੇ ਸਾਨੂੰ ਫਸਟ ਕਾਲ ਦੀ ਸੈਕੰਡ ਕਾਲ ਦੀ ਅਮਾਉਂਟ ਕਿੰਨੀ? 1 ਰੁਪਏ ਦੇ ਹਿਸਾਬ ਨਾਲ ਸਾਨੂੰ 6000 ਰੁਪਇਆ ਆ ਗਿਆ। ਕਲੀਅਰ ਬੱਚੇ? ਇਹ ਤਾਂ ਸੀਗੀਆਂ ਆਪਾਂ ਨੂੰ ਕਾਲਸ ਮੰਗਵਾ ਲੀਆਂ ਤੇ ਕੰਪਨੀ ਨੇ ਐਂਡ 'ਚ ਜਾ ਕੇ ਕਹਿਤਾ ਕਿ ਅਸੀਂ ਫੋਰਫੀਟ ਕਰ ਲਈ। ਹੁਣ ਫੋਰਫੀਟ ਦੀ ਐਂਟਰੀ ਕੀ ਹੋਊਗੀ ਇਸ ਚੀਜ਼ ਨੂੰ ਸਮਝੋ। ਸੋ ਫੋਰਫੀਟ ਦੀ ਐਂਟਰੀ ਕੀ ਹੁੰਦੀ ਹੈ ਬੱਚੇ? ਦੇਖੋ ਵੈਸੇ ਤਾਂ ਜਦੋਂ ਪੈਸਾ ਆਪਾਂ ਨੂੰ ਆਉਂਦਾ ਹੁੰਦਾ ਆਪਾਂ ਕੀ ਕਰਦੇ ਆ? ਆਪਾਂ ਨੂੰ ਬੈਂਕ 'ਚ ਪੈਸਾ ਆਇਆ, ਬੈਂਕ ਅਕਾਊਂਟ ਡੈਬਿਟ ਟੂ ਸ਼ੇਅਰ ਕੈਪੀਟਲ, ਸ਼ੇਅਰ ਐਪਲੀਕੇਸ਼ਨ, ਐਪਲੀਕੇਸ਼ਨ ਟੂ ਸ਼ੇਅਰ ਕੈਪੀਟਲ। ਮਤਲਬ ਜਦੋਂ ਵੀ ਆਪਾਂ ਪੈਸਾ ਟ੍ਰਾਂਸਫਰ ਕਰਦੇ ਆ ਤਾਂ ਸ਼ੇਅਰ ਕੈਪੀਟਲ ਕ੍ਰੈਡਿਟ ਹੁੰਦੀ ਹੈ, ਹਨਾ। ਜਦੋਂ ਮੰਨ ਲਓ ਆਪਾਂ ਸਟਾਰਟਿੰਗ ਤੋਂ ਹੀ ਕਰਦੇ ਆ ਰਹੇ ਆ, ਜੇ ਅਸੀਂ ਬਿਜ਼ਨਸ ਸਟਾਰਟ ਕੀਤਾ ਆਪਾਂ ਐਂਟਰੀ ਲਿਖਦੇ ਆ ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ, ਸਾਨੂੰ ਬਿਜ਼ਨਸ 'ਚ ਪੈਸਾ ਆ ਗਿਆ। ਜਦੋਂ ਪੈਸਾ ਆਉਂਦਾ ਤਾਂ ਕੈਪੀਟਲ ਕ੍ਰੈਡਿਟ ਕਰਦੇ ਆ, ਜਦੋਂ ਆਪਾਂ ਖਤਮ ਕਰਨਾ ਹੋਵੇ ਤਾਂ ਆਪਾਂ ਨੂੰ ਡੈਬਿਟ ਕਰਾਂਗੇ। ਇਸ ਕਰਕੇ ਸ਼ੇਅਰ ਕੈਪੀਟਲ ਕੀ ਆਪਾਂ ਬੱਚੇ ਡੈਬਿਟ ਕਰਾਂਗੇ। ਇੱਥੇ ਇਸ ਜਸਟ ਸਮਝਣ ਲਈ ਸੀਗਾ ਐਗਜ਼ਾਮਪਲ। ਸ਼ੇਅਰ ਕੈਪੀਟਲ ਕੀ ਆ? ਡੈਬਿਟ ਕਰਾਂਗੇ ਕਿਉਂਕਿ ਆਪਾਂ ਖਤਮ ਕਰ ਰਹੇ ਹਾਂ, ਇੱਕ ਬੰਦੇ ਨਾਲ ਲਿੰਕ ਤੋੜ ਰਹੇ ਹਾਂ। ਸੋ ਕਿਹੜੇ ਕਿਹੜੇ ਬੰਦੇ ਨਾਲ ਲਿੰਕ ਤੋੜ ਰਹੇ ਹਾਂ? ਪਹਿਲੀ ਗੱਲ ਆਪਾਂ ਪੈਸੇ ਕੱਲ ਤੱਕ ਮੰਗਵਾਏ ਆ। ਕਾਲ ਕਿੰਨੀ ਤੱਕ ਕੀਤੀ ਆ ਬੱਚੇ? ਐਂਡ ਤੱਕ। ਐਂਡ ਤੱਕ ਮੀਨਸ ਬੱਚੇ ਇਸ ਚੀਜ਼ ਨੂੰ ਸਮਝੋ। ਐਂਡ ਤੱਕ ਮੀਨਸ ਕਦੋਂ ਤੱਕ ਆਪਾਂ ਕਾਲ ਕਰਦੇ ਰਹੇ ਆ। ਐਪਲੀਕੇਸ਼ਨ ਦੇ ਵੀ ਮੰਗਵਾਏ, ਅਲਾਟਮੈਂਟ ਦੇ ਵੀ ਮੰਗਵਾਏ, ਫਸਟ ਕਾਲ ਦੇ ਵੀ ਮੰਗਵਾਏ, ਸੈਕੰਡ ਕਾਲ ਦੇ ਵੀ ਮੰਗਵਾਏ। ਸੋ ਦੈਟ ਮੀਨਸ ਆਪਾਂ 5 ਰੁਪਏ ਤੱਕ ਕਾਲ ਕਰਦੇ ਰਹੇ ਆ, 5 ਰੁਪਏ ਤੱਕ, ਹਨਾ। ਔਰ ਆਪਾਂ ਫੋਰਫੀਟ ਕਰਨੇ ਆ ਜਿਨ੍ਹਾਂ ਨੇ ਆ ਲਿਖਿਆ ਡਾਇਰੈਕਟਰ ਫੋਰਫੀਟ 750 ਸ਼ੇਅਰਸ, 750 ਸ਼ੇਅਰਸ। ਠੀਕ ਹੈ ਜੀ। 5 ਰੁਪਏ ਆਪਾਂ ਕਿਉਂ ਲਿਖਿਆ? ਕਿਉਂਕਿ ਐਂਡ ਤੱਕ ਤਾਂ ਅਸੀਂ ਉਹਨਾਂ ਕਾਲ ਕੀਤੀ ਆ, ਉਹਨਾਂ ਨੂੰ ਕਿਹਾ ਭਾਈ ਸਾਨੂੰ ਪੈਸੇ ਦੇ ਦਿਓ, ਤਾਂ ਉਹਨਾਂ ਨੇ ਨਹੀਂ ਦਿੱਤੇ ਤਾਂ ਆਪਾਂ ਉਹਨਾਂ ਦੇ ਫੋਰਫੀਟ ਕਰਨਗੇ। ਬਟ ਇੱਥੇ ਉਹਨੇ ਜੋ ਕਹਿੰਦੇ ਅਲਾਟਮੈਂਟ ਤੱਕ ਇੱਥੇ 3 ਰੁਪਏ ਲਿਖ ਲੈਣੇ ਸੀ, ਜੋ ਕਹਿੰਦਾ ਫਸਟ ਕਾਲ ਫਿਰ 4 ਰੁਪਏ ਲਿਖ ਲੈਣੇ ਸੀਗੀ ਸ਼ੇਅਰ ਕੈਪੀਟਲ। ਸੋ ਹੁਣ ਆਪਾਂ ਕਿੰਨੇ ਲਿਖਾਂਗੇ? ਅਸੀਂ ਜਿੰਨੀ ਦੇਰ ਉਹਨਾਂ ਦੀ ਕਾਲ ਅਪ ਕੀਤੀ, ਮੈਂ ਇੱਥੇ ਲਿਖ ਦਿੰਦਾ ਵਿੱਚ ਕਾਲ ਅਪ, ਇਹ ਆਪਾਂ
लास्ट वीडियो च भी डिस्कस किया, कॉल्ड अप 700 गुणा 5, क्लीयर। सो फोरफिट किन्ने कीते, टू शेयर फोरफिट जिन्ने पैसे आ गए टू शेयर, ये समझो हुण किन्ने पैसे आए। हुण इस चीज नूं इत्थे समझो बच्चे, हुण गल किहड़े नाल दी कर रही है, 750 शेयर्स दी जिन्हां ने 4 रुपए तो घट दिते। हुण 4 रुपए तो घट किहने दिते, इन्हें तो 4 रुपए दिते, बट उन्हें की गल की 4 रुपए तो घट कीते, 4 रुपए नहीं 4 तो घट, 3 ते 2, जिन्हें 3 ते 2 रुपए पे कीते। दैट मीनस वो किन्ने इक्विटी शेयर बनिया, देखो आह वाले 750 ने, आह वाले 750। हुण आपां इन्हां दोनों दा एक ग्राफ बना लेने, समझण दी कोशिश करते हैं। 500 ते 250, ये अपना अपनी टेक्निक आ बच्चे, तुसीं जिवें तुहाडे दिमाग ठीक बैठ रहा उवें करो। एक सिंपल जी टेक्निक आ, मैं कह रहा कि सी परसन 500 शेयर सीगे ते 250 शेयर सीगे, और इन्हें एप्लीकेशन अमाउंट दोनों ने दी है, मैं टिक कर लिया। अलॉटमेंट मनी देखो, इन्हें 3 रुपए तक इन्हें अलॉटमेंट मनी भी पे की है, इन्हें नहीं की। फर्स्ट कॉल इन्हें नहीं पे की, इन्हें भी नहीं पे की। सेकेंड कॉल इन्हें भी नहीं पे की, इन्हें भी नहीं की, क्लीयर। हुण एक चीज ध्यान नाल समझो, इन्हें एप्लीकेशन भी दी, इन्हें अलॉटमेंट भी दी। दैट मीनस 500 शेयर्स दे आपां नूं एप्लीकेशन आपां इत्थे लिख लेने वर्किंग नोट, वर्किंग नोट। आपां नूं 500 शेयर्स दी एप्लीकेशन अमाउंट आ गई, एप्लीकेशन मतलब 2 रुपये आ गए, 1000 रुपया तो आपां नूं ये हो गया। आपां रिसीवड अमाउंट लिखते हैं, रिसीव भी आपां फोरफिट च पाउणी है ना, ते 500 शेयर्स दा आपां नूं बच्चे 1 रुपया भी आया, आपां 1 रुपया लिख लिया, दैट मीनस 500, क्लीयर। दैट मीनस आपां नूं 1500 रुपया तो आपां रिसीव कर लिया आह वाले शेयर्स दा, जिन्हां ने 500 अलॉट कीते सी आपां, ते 250 वाले तो सिर्फ आपां एप्लीकेशन रिसीव की आ। सो 250 वाले दी सिर्फ आपां एप्लीकेशन रिसीव की, एप्लीकेशन रुपए 2 रुपए ने, दैट मीनस 500 रुपया आपां रिसीव किया, ये सारे रिसीव किए हुए। सो टोटल जेडे फोरफिट हुंदे आ ओह किहड़े हुंदे आ, जेडे आपां रिसीव किए हुंदे, दैट मीनस 1500 आह प्लस 500 आह, आपां 2000 रुपया फोरफिट कर लांगे, क्लीयर। हुण बाकी अलॉटमेंट, अलॉटमेंट किहदी नहीं आई, जेडे नहीं आए आपां इत्थे शो कर देने, इहदी अलॉटमेंट नहीं आई, अलॉटमेंट रुपए दे 1 रुपया वा, दैट मीनस 250 नहीं आया। टू फर्स्ट कॉल, फर्स्ट कॉल की नहीं आई, एदी भी नहीं आई, एदी भी नहीं आई, मतलब 250 शेयर्स दी नहीं आई प्लस 270 दी नहीं आई, है ना। सो जिन्हां दे जेडे जेडे नहीं आए होंदे, जेडे जेडे फेल हो जाते वो आपां शो करी जांदे। देखो अलॉटमेंट शो की क्योंकि एदे 250 नहीं आए सी, आपां 250 1 रुपए के हिसाब नाल गुणा करके लिखता। फर्स्ट कॉल दोनों दी नहीं आई, मतलब दोनों दे शेयर्स, मतलब 500 जमा 200, मैं इत्थे लिख देना 500 जमा 250, क्लीयर। फर्स्ट कॉल दोनों दी नहीं आए, सो आपां दोनों ही शो कर देना 1 रुपए के हिसाब नाल, मीन 750 सानू रुपया इहदा नहीं आया। ते आए तो सैकेंड कॉल भी नहीं सानू, क्योंकि असीं तां एंड तक कॉलिंग करते रहे हैं। सैकेंड कॉल भी ना इहदी आई आ ते ना ही इहदी आई आ, मतलब 500 जमा 250, 750 ते 1 रुपए दा मल्टीप्लाई कर दो 750, क्लीयर बच्चे। और जे तुसी कैपिटल नूं मल्टीप्लाई करके लिख देंगे आ जाऊगा 3750 रुपए। आई होप तुहानूं ये चीज समझ लग गई होगी, बड़ी इंपॉर्टेंट आ बच्चे, ये बड़ी इंपॉर्टेंट चीज है। फोरफिट दी एंट्री ही सब तो औखी लगूगी तुहानूं जे तुसी इस चीज नूं टेक्निकली नहीं समझोगे। मैं रिपीट कर दिना, शेयर कैपिटल दे विच आपां उन्ने रुपए पाउने हुंदे आ जिन्नी आपां कॉल कीती हुंदी आ। आपां पूरी 5 रुपए तक दी कॉल कीती सी तां आपां 5 रुपए पा के मल्टीप्लाई करता, क्योंकि आपां 750 शेयर फोरफिट करन नूं किहा सी। फोरफिट दे विच आपां ओह अमाउंट पाउने हुंदे आ जो असीं सानूं रिसीव होगी। रिसीव हुई अमाउंट्स आपां इत्थे टिक कर लिया सीगीਆਂ। सानूं एप्लीकेशन दे 2 रुपए इहने भी भेजते सी, इहने भी भेजते सी, आपां दोनों पासे टिक कर ले। अलॉटमेंट दे पैसे क्योंकि 1 रुपया आया, 3 रुपए इत्थे तक बनदे, अलॉटमेंट दे आ गए, इहने कुछ भी नहीं पे कीता गा, इहदे क्रॉस करता। सो 500 गुणा 2 रुपए 1000 आया सी, आपां नूं 500 गुणा 1 रुपये आ एप्लीकेशन दा, अलॉटमेंट दा मैं इत्थे लिख देना, आ एप्लीकेशन दे सीगे, आह अलॉटमेंट दे सीगे, ते इधर इहदे कल्ले एप्लीकेशन दे सीगे 2 रुपये। सो ये पैसे आपां नूं आए आ, आपां सारे रिसीव कर ले। 1500 आया सी, 500 आया सी, ये दोनों बंदे आपां नूं बाद चों देणों पैसे कहंदे सी नहीं दे सकदे, फेल हो गए, ते आपां इन्हां दे शेयर्स फोरफिट कर ले। 2000 रुपया आपां फोरफिट कर लिया, ते जिहड़े नहीं आए हुंदे वो आपां थल्ले शो कर दिंदे आ। अलॉटमेंट दे सानूं सिर्फ 250 शेयर्स दे नहीं आए सी, तां 1 रुपया सीगा तां उपर 250 लिखता। फर्स्ट कॉल दे सानूं दोनों दे नहीं आए, 500 शेयर्स ते 250 750 हो गया, ते रुपया ही उन्हां दा सीगा ते आपां मल्टीप्लाई करके लिखता।
ਤੇ ਉਵੇਂ ਹੀ ਸੈਕਿੰਡ ਕਾਲ ਦੇ ਆਪਾਂ ਅਮਾਉਂਟਸ ਲਿਖਣੀ ਆ ਬੱਚੇ, ਉਹ ਇੱਕ 1 ਰੁਪੀਜ਼ ਕਰਕੇ ਤੁਹਾਨੂੰ ਲੱਗਦਾ ਹੋਊਗਾ ਕਿ ਸ਼ੇਅਰ ਲਿਖਤੇ ਨਹੀਂ, ਸ਼ੇਅਰ ਨਹੀਂ, ਇਹ 1 ਰੁਪੀਜ਼ ਨਾਲ ਮਲਟੀਪਲਾਈ ਕਰਕੇ ਲਿਖਿਆ। 750 ਸ਼ੇਅਰਸ ਬਣੇ ਸੀਗੇ ਤੇ 1 ਰੁਪੀਜ਼ ਹੀ ਇਹਦਾ ਸੀਗਾ ਤੇ ਆਪਾਂ ਉਹ ਇਸ਼ੂ ਗਏ। ਕਲੀਅਰ ਬੱਚੇ? ਸੋ ਇਹ ਤਾਂ ਸੀਗੀ ਫੋਰਫੀਟ ਦੀ ਐਂਟਰੀ। ਸੋ ਇਹ ਲਾਸਟ ਐਂਟਰੀ ਸੀਗੀ। ਇਸ ਤੋਂ ਬਾਅਦ ਆਪਾਂ ਨੈਕਸਟ ਟੌਪਿਕ ਕਰਾਂਗੇ ਕਿ ਰੀ ਇਸ਼ੂ ਆਫ ਸ਼ੇਅਰਸ ਜਾਂ ਫਿਰ ਪ੍ਰੋ ਰਾਟਾ ਬੇਸਿਸ ਦੇ ਉੱਪਰ ਫੋਰਫੀਟ ਆਫ ਸ਼ੇਅਰਸ। ਕਲੀਅਰ ਬੱਚੇ? ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗੀ ਹੋਊਗੀ। ਥੈਂਕ ਯੂ ਸੋ ਮਚ। ਗॉड ब्लेस यू ऑल।